ਤੇਰਾ ਕੀਤਾ ਜਾਤੋ ਨਾਹੀ ਮੈਨ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਮਨ ਥੀਵੈ ਹਰਿਆ ਧੰਨ ਧੰਨ ਮਹਾਂਪੁਰਖ ਬਾਬਾ ਸਿਲੋਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ, ਤਿੰਨਾਂ ਦੇ ਦਰ ਸਥਾਨਾਂ ਤੇ ਸਤਿਗੁਰਾਂ ਦੀ ਰਹਿਮਤ ਦੁਆਰਾ ਗੁਰੂ ਪਿਆਰੀ ਸਾਧ ਸੰਗਤ ਆਓ। ਰੋਜ਼ ਦੀ ਤਰ੍ਹਾਂ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਲਈ ਹਾਜ਼ਰੀਆਂ ਲਵਾ ਕੇ ਸਮਾਂ ਸਫਲ ਕਰੋ। ਇਸ ਤੋਂ ਪਹਿਲਾਂ ਨਿਮਾਣੇ ਨਤਾਣੇ ਅਣਜਾਣ ਜੀਵ ਦੀ ਬੇਨਤੀ ਪ੍ਰਵਾਨ ਕਰਨੀ ਕਿ ਇਸ ਪਵਿੱਤਰ ਬਾਣੀ ਨਾਲ ਸਾਂਝ ਬਣ ਸਕੇ। ਸਤਿਗੁਰੂ ਜੀ ਕਿਰਪਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਸਤਿਗੁਰੂ ਦੀ ਦਇਆ ਕਿਰਪਾ ਦੁਆਰਾ ਚੱਲ ਰਹੀ ਲਗਾਤਾਰ ਪਿਛਲੇ ਸਮਿਆਂ ਤੋਂ ਗੁਰਬਾਣੀ ਦੀ ਵਿਚਾਰ ਅਨੁਸਾਰ ਅੱਜ ਦਾ ਜੋ ਸ਼ਬਦ ਆਰੰਭ ਹੋ ਰਿਹਾ ਹੈ, ਪੰਨਾ 1293 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਲਾਰ ਰਾਗ ਦੇ ਵਿੱਚੋਂ ਭਗਤ ਬਾਣੀ ਜੋ ਹੈ, ਇਸ ਵਿੱਚੋਂ ਭਗਤ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਮਹਾਰਾਜ ਕਿਰਪਾ ਕਰਨਾ। ਸੋ ਸਤਿਗੁਰਾਂ ਦੇ ਚਰਨਾਂ ਦੇ ਓਟ ਆਸਰਾ ਲੈਣਾ ਕਰੀਏ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਹਰ ਜਪਤ ਤੇਉ ਜਨ ਪਦਮ ਕਵਲਾਸਪਤ ਤਾਸ ਸਮ ਤੁਲ ਨਹੀਂ ਆਨ ਕੋ। ਭਗਤ ਰਵਿਦਾਸ ਮਹਾਰਾਜ ਜੀ ਦੱਸਦੇ ਹਨ ਕਿ ਹੇ ਭਾਈ, ਉਹ ਅਕਾਲ ਪੁਰਖ ਜਿਹੜਾ ਸਭ ਤੋਂ ਵੱਡਾ ਹੈ, ਉਹਦੇ ਨਾਲ ਕੌਣ ਜੁੜਦੇ ਹਨ? ਅਸਲ ਉਹਦੇ ਸੇਵਕ ਕੌਣ ਬਣਦੇ ਹਨ? ਕਹਿੰਦੇ ਉਸ ਹਰੀ ਨੂੰ ਉਹ ਪੁਰਸ਼ ਜਪਦੇ ਹਨ। ਬ੍ਰਹਮਾ ਤੇ ਸ਼ਿਵ ਜੀ ਅਤੇ ਕੀ ਹੈ ਕੌਣ ਜਪਦੇ ਹਨ? ਤਿੰਨਾਂ ਬ੍ਰਹਮਾ ਸ਼ਿਵ ਜੀ ਦੇ ਸਮਾਨ ਹੋਰ ਕੋਈ ਨਹੀਂ ਹੈ। ਭਾਵ ਜਿਹੜੇ ਵੱਡੇ ਦੇਵਤੇ ਹਨ ਸੰਸਾਰ ਤੇ ਮੰਨੇ ਗਏ, ਉਹ ਵੀ ਉਸ ਪਰਮੇਸ਼ਰ ਦੀ ਕਿਰਪਾ ਦੁਆਰਾ ਹੀ ਆਪਣੀ ਡਿਊਟੀ ਨਿਭਾ ਰਹੇ ਹਨ ਕਿ ਅਸੀਂ ਉਹਨੂੰ ਕਦੀ ਵੀ ਭੁਲਾਉਣਾ ਨਹੀਂ। ਅਸੀਂ ਵਿਚਾਰਿਆ ਹੈ ਕਿ ਉਹਨਾਂ ਜਨਾਂ ਦੇ ਸਮਾਨ ਹੋਰ ਕੋਈ ਨਹੀਂ ਹੈ, ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਪਰਮੇਸ਼ਰ ਤੋਂ ਬਿਨਾਂ ਕੁਝ ਵੀ ਨਹੀਂ। ਉਸ ਵਾਹਿਗੁਰੂ ਤੋਂ ਬਿਨਾਂ ਨਾ ਕੋਈ ਸੁੱਖ, ਨਾ ਕੋਈ ਸੱਜਣ ਮਿੱਤਰ, ਨਾ ਕੋਈ ਸੁੱਖ ਸਹੂਲਤ। ਜੇ ਉਹ ਇੱਕ ਵੱਲ ਹੈ ਤੇ ਸਭ ਕੁਝ ਹੈ। ਜੇ ਇੱਕ ਨਾਲ ਸੰਬੰਧ ਨਹੀਂ ਜੁੜਿਆ ਤੇ ਸਭ ਕੁਝ ਵਿਅਰਥ ਹੈ। ਜੋ ਕੁਝ ਹੈ ਪਤਾ ਨਹੀਂ ਉਹਦਾ ਕਦੋਂ ਸੁੱਖ ਹਟ ਜਾਵੇ। ਏਕ ਹੀ ਏਕ ਅਨੇਕ ਹੋਏ ਬਿਸਥਰਿਓ ਆਨ ਰੇ ਆਨ ਭਰਪੂਰ ਸੌਰ। ਇੱਕ ਜੋ ਅਦੁੱਤੀ ਬ੍ਰਹਮ ਹੈ, ਜਿਹਦੇ ਵਰਗਾ ਕੋਈ ਨਹੀਂ, ਜਿਹਦੇ ਨਾਲ ਤਾਂ ਹੀ ਲਿਖਿਆ ਜਾਂਦਾ ਹੈ ਇਹਨੂੰ ਯਾਦ ਕਰਨ ਲਈ ਕਿ ਇੱਕ ਓੰਕਾਰ। ਹੋਰ ਕਈ ਤਰ੍ਹਾਂ ਦੇ ਦੇਵਤੇ ਦੇਵੀਆਂ ਪੀਰ ਫਕੀਰ, ਉਹਨਾਂ ਦੀ ਕੋਈ ਗਿਣਤੀ ਨਹੀਂ, ਬੇਅੰਤ ਹੋਏ ਹਨ। ਪਰ ਉਹ ਇੱਕ ਐਸਾ ਹੈ ਜਿਸ ਬਾਰੇ ਸਤਿਗੁਰੂ ਜੀ ਕਥਨ ਕਰਦੇ ਹਨ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹਦੇ ਬਰਾਬਰ ਨਾ ਕੋਈ ਅੱਗੇ ਹੋਇਆ ਹੈ, ਨਾ ਹੁਣ ਹੈ ਤੇ ਨਾ ਅੱਗੇ ਹੋਏਗਾ। ਸਭ ਤੋਂ ਵੱਡੀ ਤਾਕਤ ਉਹਦੇ ਕੋਲ ਹੈ। ਉਹ ਇੱਕ ਹੀ ਅਨੇਕ ਰੂਪ ਹੋ ਕੇ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ।
ਤੇ ਜੇ ਕੋਈ ਕਹੇ ਕਿ ਇੱਕ ਸਾਰਿਆਂ ਥਾਵਾਂ ਤੇ ਕਿੱਦਾਂ ਉਹਦੀ ਤਾਕਤ ਚੱਲਦੀ ਹੈ ਇੱਕੇ ਦੀ, ਤੇ ਸਾਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਕਈ ਥਾਈਂ ਉਦਾਹਰਨਾਂ ਦਿੱਤੀਆਂ, ਮਿਸਾਲਾਂ ਉਚਾਰਨ ਕਰਕੇ ਸਮਝਾਇਆ ਹੈ ਕਿ ਭਾਈ ਜਿਵੇਂ ਕੁਝ ਘੜੇ ਜਿਹੜੇ ਹਨ ਪਾਣੀ ਦੇ ਭਰ ਕੇ ਸੂਰਜ ਦੀ ਧੁੱਪ ਵਿੱਚ ਰੱਖੇ ਜਾਣ, ਤੇ ਜਿਹੜੇ ਘੜੇ ਦੇ ਵਿੱਚ ਤੁਸੀਂ ਮੂੰਹ ਕਰਕੇ ਵੇਖੋਗੇ ਉੱਥੇ ਸੂਰਜ ਦਿਸਦਾ ਹੈ, ਜਾਂ ਉਹਦੇ ਵਿੱਚ ਆਪਣਾ ਮੂੰਹ ਵੀ ਦਿਸੇਗਾ। ਤੇ ਜਦੋਂ ਉਹ ਘੜੇ ਭੰਨ ਦਿੱਤੇ ਜਾਣ ਤੇ ਸੂਰਜ ਕਿੱਧਰ ਗਿਆ ਤੇ ਪਾਣੀ ਕਿੱਧਰ ਗਿਆ। ਇਸੇ ਪ੍ਰਕਾਰ ਘੜਿਆਂ ਤੋਂ ਭਾਵ ਜਿਹੜੇ ਉਹਨੇ ਜੀਵ ਜੰਤੂ ਸਰੀਰ ਬਣਾਏ ਹਨ, ਮਨੁੱਖ ਬਣਾਏ ਹਨ, 84 ਲੱਖ ਜੂਨ, ਇਹ ਸਾਰਿਆਂ ਦੇ ਵਿੱਚ ਘੜਿਆਂ ਵਾਂਗੂ ਉਹਦੀ ਪਿੱਛੋਂ ਤਾਕਤ ਆ ਰਹੀ ਹੈ। ਬਿਜਲੀ ਇੱਕ ਹੈ ਤੇ ਕਿੰਨੇ ਥਾਵਾਂ ਤੇ ਉਹਦੀ ਵਰਤੋਂ ਹੋ ਰਹੀ ਹੈ, ਤੇ ਪਰਮੇਸ਼ਰ ਇਹਨਾਂ ਤੋਂ ਹੀ ਬਹੁਤ ਅੱਗੇ ਹੈ, ਉਹਦੇ ਬਰਾਬਰ ਹੈ ਕੋਈ ਨਹੀਂ। ਤੇ ਇਸ ਕਰਕੇ ਉਸ ਭਰਪੂਰ ਪਰਮਾਤਮਾ ਵੱਲ ਹੈ ਭਾਈ ਤੂੰ ਆਪਣੇ ਆਪ ਨੂੰ ਲਿਆਵਣਾ ਕਰ। ਸਾਨੂੰ ਮਹਾਰਾਜ ਸਮਝਾ ਰਹੇ ਹਨ ਕਿ ਹੇ ਜੀਵ ਤੂੰ ਵੀ ਉਹਦੇ ਨਾਲ ਜੁੜਨ ਦਾ ਯਤਨ ਕਰ। ਇਹ ਤੇਰਾ ਦੁਨੀਆ ਤੇ ਆਉਣਾ ਉਦਣ ਲੇਖੇ ਵਿੱਚ ਹੋਵੇਗਾ ਜਿੱਦਣ ਤੋਂ ਉਹਦੇ ਨਾਲ ਪੂਰਾ ਅਸਲ ਪ੍ਰਪੱਕ ਪ੍ਰੇਮ ਬਣਾ ਲਿਆ। ਆਪ ਜੀ ਨੇ ਅੱਗੇ ਵੀ ਕਈ ਵਾਰ ਇਹ ਬਚਨ ਸੁਣਿਆ ਹੈ ਕਿ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਸੰਸਾਰ ਤੇ ਵਿਚਰੇ ਹਨ। ਸਤਿਗੁਰੂ ਜੀ ਸੰਸਾਰ ਦੇ ਜੀਵਾਂ ਨੂੰ ਉਤਾਰਦੇ ਹਨ। ਇੱਕ ਇਸਲਾਮ ਮੁਸਲਮਾਨ ਲੋਕਾਂ ਦੇ ਕਿਸੇ ਨਗਰ ਵਿੱਚ ਗਏ ਤੇ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਵੇਖਿਆ ਕਿ ਨਾਂ ਲਿਖ ਕੇ ਰੱਖੇ ਹਨ, ਕਿਸੇ ਦੀ 2 ਸਾਲ ਉਮਰ, ਕਿਸੇ ਦੀ 5, ਕਿਸੇ ਦੀ 20, ਕਿਸੇ ਦੀ 50, ਬਹੁਤੀ ਨਹੀਂ। ਹੁਣ ਸਤਿਗੁਰੂ ਤੇ ਅੰਤਰਜਾਮੀ ਸਨ ਤੇ ਭਾਈ ਮਰਦਾਨਾ ਜੀ ਦੇ ਕਹਿਣ ਕਾਰਨ ਇਸ ਪ੍ਰਕਾਰ ਸਤਿਗੁਰੂ ਜੀ ਸਭ ਦੀ ਤਸੱਲੀ ਕਰਵਾ ਦਿੰਦੇ ਸਨ। ਉਹ ਕਹਿਣ ਲੱਗੇ ਮਹਾਰਾਜ ਇੱਥੋਂ ਦੇ ਲੋਕ ਸਾਰੇ ਨਿੱਕੀ ਉਮਰ ਵਿੱਚ ਹੀ ਹੋਏ ਹਨ, ਛੋਟੇ ਛੋਟੇ ਹੀ ਹੋਏ। ਤੇ ਸਤਿਗੁਰਾਂ ਨੇ ਉਹਨੂੰ ਨਿਸ਼ਚਾ ਕਰਾਉਣ ਵਾਸਤੇ ਉਸੋਂ ਦੇ ਕਿਸੇ ਮਨੁੱਖ ਨੂੰ ਪੁੱਛਿਆ, ਭਾਈ ਇੰਨੀ ਉਮਰ ਕਿਉਂ ਲਿਖੀ ਹੈ ਤੁਹਾਡੇ ਇੱਥੇ ਮਨੁੱਖਾਂ ਦੀ? ਉਹਨੇ ਕਿਹਾ, ਪੀਰ ਜੀ ਅਸੀਂ ਉਸ ਦੀ ਉਮਰ ਜਿਹੜੀ ਲੇਖੇ ਵਿੱਚ ਗਿਣਦੇ ਹਾਂ ਜਿੰਨੀ ਜਿਹੜੀ ਉਮਰ ਕਿਸੇ ਦੀ ਖੁਦਾ ਦੇ ਨਾਲ ਜੁੜਿਆਂ ਲੰਘਦੀ ਹੈ। ਜਿੰਨਾ ਚਿਰ ਖੁਦਾ ਦੇ ਨਾਲ ਜੁੜੇ ਨਹੀਂ, ਉਹਦੀ ਬੰਦਗੀ ਨਹੀਂ ਕੀਤੀ, ਉਹ ਉਮਰ ਨੂੰ ਅਸੀਂ ਲੇਖੇ ਵਿੱਚ ਨਹੀਂ ਸਮਝਦੇ, ਉਹ ਵਿਅਰਥ ਹੈ। ਇਸ ਕਰਕੇ ਜਿਹਨੇ 2 ਸਾਲ ਭਗਤੀ ਕੀਤੀ, ਕਿਸੇ 5 ਕੀਤੀ, ਕਿਸੇ 20 ਸਾਲ ਕੀਤੀ, ਉਹਦੀ ਓਨੀ ਉਮਰ ਲਿਖੀ ਕਿ ਸਫਲ ਹੋ ਗਈ, ਲੇਖੇ ਵਿੱਚ ਹੈ। ਇਸ ਪ੍ਰਕਾਰ ਮਹਾਰਾਜ ਜੀ ਨੇ ਸਾਨੂੰ ਦੱਸਿਆ, ਭਾਈ ਸੰਸਾਰ ਤੇ ਆਉਣ ਦਾ ਤੇਰਾ ਤਾਂ ਹੀ ਸਫਲਾ ਕੰਮ ਹੈ ਜੇ ਤੂੰ ਪਰਮੇਸ਼ਰ ਨਾਲ ਜੁੜੇ। ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਯਾਦ ਰੱਖ। ਜਿਹੜਾ ਆਪਣੇ ਮਾਲਕ ਨੂੰ ਭੁੱਲ ਜਾਂਦਾ ਹੈ, ਆਪਣੇ ਉਸਤਾਦ ਨੂੰ ਭੁੱਲ ਜਾਂਦਾ ਹੈ, ਉਹ ਅੱਜ ਵੀ ਫੇਲ ਹੈ ਤੇ ਕੱਲ੍ਹ ਵੀ ਫੇਲ ਹੈ। ਇਸ ਕਰਕੇ ਉਹਨੂੰ ਸਦਾ ਯਾਦ ਰੱਖਣਾ ਜ਼ਰੂਰੀ ਹੈ। ਜਾ ਕੇ ਭਾਗਵਤ ਲੇਖੀਏ ਅਵਰ ਨਹੀਂ ਪੇਖੀਏ, ਤਾਸ ਕੀ ਜਾਤ ਆਸ਼ੋਪ ਛੀਪਾ। ਜਿਸ ਭਗਤ ਨਾਮਦੇਵ ਦੇ ਘਰ ਵਿੱਚ ਭਾਗਵਤ ਆਦਿ ਪਰਮੇਸ਼ਰ ਸੰਬੰਧੀ ਗ੍ਰੰਥ ਹੀ ਲਿਖੀਦੇ ਸਨ। ਨਾਮਦੇਵ ਭਗਤ ਜੀ ਦੇ ਘਰ ਗ੍ਰੰਥ ਆਣ ਕੇ ਪ੍ਰੇਮੀ ਲਿਖਦੇ ਸਨ, ਵਿਚਾਰਾਂ ਕਰਦੇ ਸਨ। ਇੱਕ ਦਿਨ ਦਾ ਇਹ ਵੀ ਜ਼ਿਕਰ ਆਉਂਦਾ ਹੈ, ਉੱਥੇ ਇਹਨਾਂ ਦੇ ਸਥਾਨ ਤੇ ਲਿਖ ਕੇ ਵੀ ਲਾਇਆ ਹੈ ਇਤਿਹਾਸ। ਇੱਕ ਭਗਤ ਨਾਮਦੇਵ ਜੀ ਗ੍ਰੰਥ ਲਿਖਣ ਲੱਗੇ ਹਨ ਤੇ ਅੱਗੇ ਆ ਕੇ ਕੋਈ ਰੁਕਾਵਟ ਐਸੀ ਬਣੀ, ਬੜਾ ਯਤਨ ਕੀਤਾ, ਉਹ ਅੱਗੇ ਵਿਚਾਰ ਚੱਲੇ ਨਾ, ਬੜਾ ਸਮਾਂ ਇਹ ਤੇ ਵਿਚਾਰ ਕੇ ਵੇਖਿਆ, ਪਰ ਇਹਦੇ ਵਿਚਾਰ ਸਮਝ ਵਿੱਚ ਨਾ ਕੋਈ ਆਵੇ। ਤੇ ਇਹਨਾਂ ਨੇ ਉੱਥੇ ਹੀ ਸੰਕੋਚ ਕਰਕੇ ਗ੍ਰੰਥ ਰੱਖ ਦਿੱਤਾ ਤੇ ਆਪ ਬਾਹਰ ਚਲੇ ਗਏ, ਕਿਸੇ ਹੋਰ ਕਾਰਜ ਨੂੰ ਕਰਨ ਲੱਗ ਪਏ। ਕਹਿੰਦੇ ਜਦੋਂ ਕੋਈ ਸਮੇਂ ਬਾਅਦ ਆਣ ਕੇ ਵੇਖਿਆ ਹੈ ਤੇ ਉਹ ਗ੍ਰੰਥ ਪੂਰਾ ਹੋਇਆ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਜਦੋਂ ਪੁੱਛਿਆ ਗਿਆ ਕਿ ਇਹ ਕਿਹਨੇ ਲਿਖਿਆ, ਕਹਿੰਦੇ ਮਹਾਰਾਜ ਤੁਸੀਂ ਆਪ ਹੀ ਲਿਖਣ ਡਏ ਹੋ। ਉਹ ਕਹਿੰਦੇ ਅਸੀਂ ਤੇ ਇੱਥੇ ਨਹੀਂ ਹਾਂ। ਕਹਿਣ ਲੱਗੇ ਮਹਾਰਾਜ ਸਾਨੂੰ ਭਰਮਾਓ ਨਾ, ਅਸੀਂ
ਆਪ ਜੀ ਦੇ ਦਰਸ਼ਨ ਕੀਤੇ, ਤੁਸੀਂ ਆਪ ਲਿਖ ਰਹੇ ਸੋ, ਤੇ ਨਾਮਦੇਵ ਨੇ ਵੇਖਿਆ ਕਿ ਲਿਖਣ ਵਾਲਾ ਆਪ ਹੀ ਆ ਗਿਆ। ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੋਂ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਜੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਫੱਟੀ ਵਿੱਚ ਵੀ ਉਹਦੀ ਤਾਕਤ ਹੈ, ਕਲਮ ਵੀ ਉਹਦੀ ਬਣੀ ਹੈ, ਤੇ ਇਸ ਕਰਕੇ ਲਿਖਾਉਣ ਵਾਲਾ ਵੀ ਉਹ ਆਪ ਹੀ ਹੈ, ਤੇ ਉਹਨੇ ਉਹ ਗ੍ਰੰਥ ਸਾਰਾ ਪੂਰਾ ਕਰ ਦਿੱਤਾ। ਉਹਦਾ ਅਜੇ ਤੱਕ ਉੱਥੇ ਜ਼ਿਕਰ ਆਉਂਦਾ ਹੈ। ਸੋ ਇਸ ਕਰਕੇ ਭਗਤ ਨਾਮ ਦੀ, ਜੇ ਨਾਮਦੇਵ ਮਹਾਰਾਜ ਦੇ ਘਰ ਭਗਤ ਆਉਂਦੇ ਸਨ, ਪਰਮੇਸ਼ਰ ਦੇ ਬਚਨ ਵਿਲਾਸ ਹੁੰਦੇ ਸਨ, ਤੇ ਗ੍ਰੰਥ ਵੀ ਲਿਖੇ ਜਾਂਦੇ ਸਨ ਵਿਚਾਰਾਂ ਕਰਕੇ। ਅਤੇ ਨਾਮ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਵੇਖੀ ਦੀ ਸੀ। ਉਸ ਭਗਤ ਨਾਮਦੇਵ ਦੀ ਜਾਤ ਅਛੋ ਸ਼ੀਂਬਾ ਸੀ, ਜਿਹਨੂੰ ਲੋਕੀ ਛੂਤ ਛਾਤ ਵਾਲਾ ਸਮਝਦੇ ਸਨ। ਭਾਵ ਕੋਈ ਵੀ ਕਰਮ ਕਾਂਡੀ ਉਸ ਛੀਮੇ ਦੇ ਨਾਲ ਆਪਣਾ ਬਸਤਰ ਨਹੀਂ ਸੀ ਛੁਹਾਉਂਦਾ, ਇਹ ਨੀਵੀਂ ਜਾਤ ਦਾ ਹੈ। ਪਰ ਨਾਮ ਦੇ ਪ੍ਰਤਾਪ ਕਰਕੇ ਸ੍ਰੇਸ਼ਟ ਜਾਤੀ ਵਾਲੇ ਬ੍ਰਾਹਮਣਾਂ ਤੋਂ ਵੀ ਨਾਮ ਦੇ ਉੱਚਾ ਹੋ ਗਿਆ, ਜਿਨ੍ਹਾਂ ਨੇ ਨਾਮ ਦੇ ਨਾਲ ਜੁੜਨਾ ਕੀਤਾ। ਸੋ ਇਸ ਕਰਕੇ ਭਗਤ ਜਿਹੜਾ ਹੈ, ਭਗਤ ਸ਼ਬਦ ਦਾ ਅਰਥ ਹੀ ਇਹ ਬਣਦਾ ਹੈ ਭਗਤੀ, ਤਿਆਗ। ਭਗਤ ਉਹ ਭਗਤੀ, ਗਿਆਨ ਤੇ ਤਿਆਗ ਜਿਹਦੇ ਕੋਲ ਇਹ ਚੀਜ਼ਾਂ ਹਨ, ਉਹਨੂੰ ਭਗਤ ਕਿਹਾ ਜਾਂਦਾ ਹੈ, ਜਿਹੜਾ ਕਦੇ ਵੀ ਇਹਨਾਂ ਤੋਂ ਪਾਸੇ ਨਹੀਂ ਹੁੰਦਾ। ਤੇ ਉਹ ਐਸਾ ਜਿਹੜਾ ਨੀਵੀਂ ਜਾਤ ਵਿੱਚ ਪੈਦਾ ਹੋਇਆ, ਤੇ ਉੱਚੀ ਜਾਤ ਵਾਲੇ ਬ੍ਰਾਹਮਣਾਂ ਨੂੰ ਉਹਦੇ ਅੱਗੇ ਝੁਕਣਾ ਪਿਆ, ਹੰਕਾਰੀਆਂ ਨੂੰ। ਪਰਮੇਸ਼ਰ ਨੇ ਉਹਦੀ ਵਡਿਆਈ ਵਧਾਉਣ ਵਾਸਤੇ ਉਹਦੀ ਭਾਵਨਾ ਵੇਖ ਕੇ ਮੰਦਰ ਦਾ ਮੂੰਹ ਆਪਣੇ ਭਗਤ ਵੱਲੇ ਕਰ ਦਿੱਤਾ, ਤੇ ਹੰਕਾਰੀ ਬ੍ਰਾਹਮਣ ਜਿਹੜੇ ਸੀ, ਨਿੰਦਕ ਸਨ, ਉਹਨਾਂ ਵੱਲੇ ਪਿੱਛਾ ਹੋ ਗਿਆ। ਇੱਥੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਿਹੜਾ ਹੰਕਾਰ ਕਰਨਾ ਤੇ ਨਿੰਦਿਆ ਕਰਨੀ, ਸਮਝੋ ਕਿ ਵਾਹਿਗੁਰੂ ਦਾ ਸਾਡੇ ਵੱਲੇ ਪਿੱਛਾ ਹੋ ਗਿਆ ਹੈ। ਜਿਹਦੇ ਵੱਲੇ ਪਰਮੇਸ਼ਰ ਦਾ ਧਿਆਨ ਹੈ, ਉਹ ਕਦੇ ਵੀ ਨਿੰਦਿਆ ਤੇ ਹੰਕਾਰ ਵਾਲੇ ਪਾਸੇ ਨਹੀਂ ਜਾਵੇਗਾ। ਫਿਰ ਅੱਗੇ ਕਹਿੰਦੇ, ਬਿਆਸ ਮੈਂ ਲੇਖੀ ਐ, ਸਨਕ ਮੈਂ ਪੇਖੀ ਐ, ਨਾਮ ਕੀ ਨਾਮ ਨਾ ਸਬਤ ਦੀਪਾ। ਬਿਆਸ ਰਿਖੀ ਜਿਹੜਾ ਹੋਇਆ ਹੈ, ਜਿਹਦੇ ਨਾਂ ਤੇ ਬਿਆਸ ਦਰਿਆ ਵੀ ਮੰਨਿਆ ਜਾਂਦਾ ਹੈ। ਬਿਆਸ ਰਚਿਤ ਗ੍ਰੰਥਾਂ ਵਿੱਚ ਵੀ ਨਾਮ ਦੀ ਵਡਿਆਈ ਲਿਖੀ ਜਾਂਦੀ ਹੈ, ਵੇਖੀ ਜਾਂਦੀ ਹੈ। ਜਿਹੜੇ ਬਿਆਸ ਜੀ ਨੇ ਗ੍ਰੰਥ ਲਿਖੇ ਹਨ, ਉਹ 'ਚ ਵੀ ਨਾਮ ਦੀ ਮਹਿਮਾ ਕਹੀ ਹੈ। ਤਾਂਗੂ ਸਤਿਗੁਰੂ ਜੀ ਕਹਿੰਦੇ, ਭਾਈ ਕਿਸੇ ਨੂੰ ਮਾੜਾ ਨਾ ਕਹੋ, ਹੰਕਾਰ ਵਿੱਚ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿਹੜਾ ਨੇ ਵਿਚਾਰ ਨਹੀਂ ਕਰਦਾ ਉਹ ਝੂਠਾ ਹੈ, ਜਿਹਨੂੰ ਅਸਲ ਮਤਲਬ ਨਹੀਂ ਲੱਭਦਾ। ਜੋ ਉਹਨਾਂ ਲਿਖਿਆ, ਉਹਨਾਂ ਸੱਚ ਲਿਖਿਆ ਹੈ, ਉਸ ਸਮੇਂ ਦੇ ਅਨੁਸਾਰ ਜੋ ਵੀ ਉਹਨਾਂ ਨੂੰ ਵਿਚਾਰ ਪ੍ਰਾਪਤ ਹੋਈ ਹੈ। ਇਸ ਕਰਕੇ ਸਨਕ ਦੇ ਰਚੇ ਹੋਏ ਸੰਗਤਾਂ ਆਦਿ ਗ੍ਰੰਥਾਂ ਵਿੱਚ ਵੀ ਨਾਮ ਦੀ ਸਿਫਤ ਵੇਖੀ ਜਾਂਦੀ ਹੈ। ਸਨਕ ਕੌਣ ਹੈ? ਜਿਹੜੇ ਬ੍ਰਹਮਾ ਦੇ ਖਾਸ 4 ਪੁੱਤਰ ਮੰਨੇ ਗਏ ਹਨ, ਸਨਕ, ਸਨਾਤਨ, ਸੰਤ ਕੁਮਾਰ, ਸਨਾਤਨ। ਇਹ 4 ਭਰਾ ਹੋਏ ਹਨ, ਜਿਹੜੇ 12 ਸਾਲ ਤੋਂ ਵੱਡੀ ਉਮਰ ਨਹੀਂ ਸੀ ਹੋਣ ਦਿੰਦੇ, ਫਿਰ ਬੱਚੇ ਬਣ ਜਾਂਦੇ ਸੀ। ਬਹੁਤ ਲੰਮੀ ਉਮਰ ਇਹਨਾਂ ਭੋਗੀ, ਤੇ ਵਿਸ਼ਨੂੰ ਭਗਵਾਨ ਦੇ ਬੜੇ ਪ੍ਰੇਮੀ ਭਗਤ ਸਨ, ਜਿਨ੍ਹਾਂ ਦੇ ਸ਼ਰਾਪ ਕਰਕੇ ਰਾਵਣ ਨੂੰ ਜਿਹੜਾ ਸੀ ਇਹ ਰਾਖਸ਼ ਬਣ ਕੇ 3 ਜਨਮਾਂ ਵਿੱਚ ਆਉਣਾ ਪਿਆ। ਤੇ ਉਹ ਲਿਖਤ ਇਸੇ ਤਰ੍ਹਾਂ ਤਾਂ ਬਣੀ ਹੈ, ਨਹੀਂ ਤੇ ਰਾਵਣ ਕੋਈ ਮੂਰਖ ਪਹਿਲਾਂ ਨਹੀਂ ਸੀ, ਹੰਕਾਰ ਦੇ ਕਾਰਨ ਹੀ ਸਭ ਕੁਝ ਬਣਿਆ। ਸੋ ਇਸ ਕਰਕੇ ਕਹਿੰਦੇ ਹਨ, ਬਿਆਸ ਭਗਵਾਨ ਵਿੱਚ ਹੀ ਨਾਮ ਦੀ ਵਡਿਆਈ ਲਿਖੀ ਜਾਂਦੀ ਹੈ, ਅਤੇ ਸਨਕ, ਸਨੰਦਨ ਆਦਿਕ 4 ਭਰਾਵਾਂ ਦੇ ਹਿਰਦਿਆਂ ਵਿੱਚ ਵੀ ਨਾਮ ਦੀ ਸਿਫਤ ਵੇਖੀ ਜਾਂਦੀ ਹੈ। ਤੇ ਉੱਥੇ ਹੋਰ ਬਹੁਤੇ ਲੋਕਾਂ ਦੀ ਭੀੜ ਨਹੀਂ ਹੁੰਦੀ ਜਿੱਥੇ ਰੱਬ ਦੇ ਪਿਆਰੇ ਹੋਣ, ਉਹ ਜੇ ਵਿਰਲੇ ਹੀ ਹੁੰਦੇ ਹਨ। ਭੀੜ ਮੂਰਖਾਂ ਦੀ ਵੇਖੀ ਜਾਂਦੀ, ਹੋਰ ਥਾਵਾਂ ਤੇ ਵੇਖੀ ਜਾਂਦੀ ਹੈ। ਜਿੱਥੇ ਰੱਬ ਦੇ ਪਿਆਰੇ ਹੋਣਗੇ, ਉੱਥੇ ਪ੍ਰੇਮ ਵਾਲੀ ਜਗ੍ਹਾ ਹੋਵੇਗੀ, ਕਦੇ ਭੀੜ ਭੜਕਾ ਨਹੀਂ ਬਣੇਗਾ, ਤੱਕੋ ਤੱਕੀ ਨਹੀਂ ਹੋਵੇਗਾ ਕੋਈ। ਉੱਥੇ ਹਰੇਕ ਦੇ ਵਿੱਚ ਨਿਮਰਤਾ, ਪ੍ਰੇਮ ਹੋਵੇਗਾ, ਇੱਕ ਦੂਜੇ ਦਾ ਮਾਣ ਸਤਿਕਾਰ ਹੋਵੇਗਾ। ਪਰਮੇਸ਼ਰ ਨਾਮ ਦੀ ਵਡਿਆਈ 7 ਦੀਪਾਂ ਵਿੱਚ ਹੋ ਰਹੀ ਹੈ। ਜਾ ਕੇ ਈਦ ਬਕਰੀਦ ਕੋਲ ਗਊਰੇ ਬਦ ਕਰੇ, ਮਾਨੀਐ ਸੇਖ ਸ਼ਹੀਦ ਪੀਰਾ। ਕਹਿੰਦੇ, ਹੇ ਭਾਈ ਵੇਖੋ, ਜਿਸ ਭਗਤ ਕਬੀਰ ਜੀ ਦੇ ਕੁਲ ਦੇ ਆਦਮੀ ਈਦ ਅਤੇ ਬਕਰੀਦ ਦੇ ਦਿਨਾਂ ਵਿੱਚ ਗਊ ਦਾ ਨਾਸ ਕਰਦੇ ਹਨ, ਗਊ ਹਲਾਲ ਕਰਦੇ ਹਨ,
ਅਜੇ ਕਿ ਭਗਤ ਕਬੀਰ ਜੀ ਨੇ ਆਪਣੇ ਆਪ ਨੂੰ ਕਿਤੇ ਵੀ ਮੁਸਲਮਾਨ ਨਹੀਂ ਲਿਖਿਆ। ਉਹਨਾਂ ਦਾ ਨਾਮ ਹੀ ਕਬੀਰ ਦਾਸ ਕਰਕੇ ਕਈ ਥਾਈਂ ਆਇਆ ਹੈ, ਕਬੀਰ ਦੀਨ ਨਹੀਂ ਲਿਖਿਆ। ਪਰ ਆਮ ਕਰਕੇ ਕਿਹਾ ਜਾਂਦਾ ਹੈ ਕਿ ਭਗਤ ਕਬੀਰ ਜੀ ਜ਼ਿਲ੍ਹਾ ਮੁਸਲਮਾਨਾਂ ਦੇ ਘਰ ਪੈਦਾ ਹੋਏ। ਤੋ ਗੁਰੂ ਕੀ ਸਾਧ ਸੰਗਤ ਦੱਸਿਆ ਕਿ ਉਹਨਾਂ ਦਾ ਜਿਹੜਾ ਵਿਰਸਾ ਸੀ, ਉਹਨਾਂ ਦਾ ਖਾਨਦਾਨ ਸੀ, ਉਹ ਈਦ ਤੇ ਬਕਰੀਦ ਜਦੋਂ ਆਉਂਦੀ ਸੀ ਗਊਆਂ ਹਲਾਲ ਕਰਦੇ ਹਨ ਅਤੇ ਆਪਣੇ ਮਜ਼ਹਬ ਦੇ ਜੋ ਸ਼ੇਖ ਸ਼ਹੀਦ ਪੀਰ ਹਨ ਉਹਨਾਂ ਨੂੰ ਮੰਨਦੇ ਹਨ। ਰੋਜ਼ਿਆਂ ਦੀ ਸਮਾਪਤੀ ਦਾ ਜਿਹੜਾ ਦਿਨ ਹੈ ਉਸ ਨੂੰ ਈਦ ਆਖਦੇ ਹਨ, ਜਿਸ ਦਿਨ ਰੋਜ਼ੇ ਪੂਰੇ ਹੁੰਦੇ ਹਨ। ਤੁਰਕ ਮਤ ਵਿੱਚ ਮੱਕੇ ਦੇ ਹੱਜ ਵਾਲੇ ਦਿਨ ਨੂੰ ਬਕਰੀਦ ਮੰਨਦੇ ਹਨ। ਬੱਕਰੇ ਦੀ ਬਲੀ ਦਿੱਤੀ ਜਾਂਦੀ, ਹਲਾਲ ਕੀਤਾ ਜਾਂਦਾ ਹੈ। ਜੋ ਸਾਲ ਵਿੱਚ ਇੱਕ ਵਾਰ ਆਉਂਦਾ ਹੈ ਉਸ ਦਿਨ ਮੁਸਲਮਾਨ ਗਊ ਨੂੰ ਮਾਰਦੇ ਹਨ। ਬਕਰੀਦ ਵਾਲੇ ਦਿਨ ਇਬਰਾਹੀਮ ਨੇ ਪੁੱਤਰ ਦੀ ਜਗ੍ਹਾ ਬੱਕਰੇ ਦੀ ਛਤਰੇ ਦੀ ਕੁਰਬਾਨੀ ਦਿੱਤੀ ਸੀ। ਹੁਣ ਇਹਨਾਂ ਲੋਕਾਂ ਨੇ ਇਹ ਕੀਤਾ ਹੈ, ਇਹ ਕੋਈ ਨਿੰਦਿਆ ਵਾਲੀ ਗੱਲ ਨਹੀਂ। ਇੱਕ ਗੁਰੂ ਨਾਨਕ ਦੇ ਘਰ ਵਿੱਚ ਵਡਿਆਈ ਹੈ ਕਿ ਜਿਨ੍ਹਾਂ ਨੇ ਆਪਣੇ ਬਗਾਨੇ ਦਾ ਕੋਈ ਫਰਕ ਨਹੀਂ ਰੱਖਿਆ। ਪਰ ਇਹ ਜਿਹੜਾ ਇਬਰਾਹੀਮ ਪੈਗੰਬਰ ਹੋਇਆ ਹੈ, ਬੜਾ ਉੱਚੀ ਅਵਸਥਾ ਵਾਲਾ ਕਿਹਾ ਜਾਂਦਾ ਹੈ, ਤੇ ਇਹਨੇ ਖੁਦਾ ਨੂੰ ਖੁਸ਼ ਹੋਣ ਵਾਸਤੇ ਕਿਹਾ ਮੇਰੇ ਤੇ ਕਿਰਪਾ ਕਰ। ਤੇ ਖੁਦਾ ਨੇ ਕਿਹਾ ਜਿਹੜੀ ਸਭ ਤੋਂ ਤੈਨੂੰ ਪਹਿਲਾਂ ਦੱਸ ਚੀਜ਼ ਕਿਹੜੀ ਪਿਆਰੀ ਹੈ। ਤੇ ਇਹਨੇ ਕਿਹਾ ਜੀ ਮੈਨੂੰ ਆਪਣਾ ਪੁੱਤਰ ਸਭ ਤੋਂ ਪਿਆਰਾ ਹੈ। ਤੇ ਖੁਦਾ ਨੇ ਕਿਹਾ ਆਪਣੇ ਪੁੱਤਰ ਦੀ ਕੁਰਬਾਨੀ ਦੇ ਫਿਰ ਮੇਰੇ ਖੁਸ਼ੀ ਵਾਸਤੇ। ਹਾਂ ਤੇ ਘਰ ਬੈਠਾ ਤੇ ਪੁੱਤਰ ਨੂੰ ਮਾਰਨ ਵਾਸਤੇ ਦਾ ਦਿਲ ਨਾ ਕਰੇ, ਵਿਰਾਗ ਪੈਦਾ ਹੋ ਗਿਆ। ਤੇ ਫਿਰ ਇਹਨੇ ਉਹਦੇ ਥਾਂ ਤੇ ਛਤਰਾ ਮਾਰਿਆ। ਛਤਰੇ ਨੂੰ ਐਲਾਨ ਕੀਤਾ ਕਿ ਪੁੱਤਰ ਨੂੰ ਮੈਂ ਨਹੀਂ ਮਾਰ ਸਕਦਾ, ਪਰਮੇਸ਼ਰ ਤੋਂ ਬੇਮੁਕਰਾ ਹੋ ਗਿਆ। ਇਸ ਕਰਕੇ ਇਹ ਕਈ ਇਹਨਾਂ ਦੇ ਤਿਉਹਾਰ ਐਸੇ ਬਣੇ ਹਨ ਜਿਹੜੇ ਕਿਸੇ ਸਜ਼ਾ ਕਰਕੇ ਬਣੇ ਹਨ ਜਾਂ ਕੋਈ ਪਰਖ ਕਰਕੇ, ਤੇ ਇਹਨਾਂ ਨੇ ਉਹਨੂੰ ਰਸਮ ਬਣਾ ਲਿਆ ਹੈ। ਕੇਸ ਕੱਟਣ ਵਾਲੇ ਭਾਵੇਂ ਹਿੰਦੂ ਹਨ, ਭਾਵੇਂ ਮੁਸਲਮਾਨ, ਭਾਵੇਂ ਈਸਾਈ ਹੈ, ਭਾਵੇਂ ਸਿੱਖ ਹੈ, ਕਿਸੇ ਨੂੰ ਵੀ ਪੁਰਾਤਨ ਸਮੇਂ ਵਿੱਚ ਕਿਸੇ ਨੂੰ ਵੀ ਇਹ ਕੇਸ ਕਟਾਉਣ ਦਾ ਹੁਕਮ ਨਹੀਂ ਮੰਨਿਆ ਗਿਆ। ਕੇਸ ਉਹਨੂੰ ਕਟਾਉਣ ਦਾ ਆਰਡਰ ਹੁੰਦਾ ਸੀ ਜਿਹਨੂੰ ਕਹਿੰਦੇ ਸੀ ਇਹ ਨਾ ਜੀਂਦਿਆਂ ਵਿੱਚ ਮੰਨਿਆ ਜਾਵੇ ਤੇ ਨਾ ਮਰਿਆਂ ਵਿੱਚ ਉਚਾਰਨ ਕਰੋ ਸ੍ਰੀ ਵਾਹਿਗੁਰੂ। ਕੇਸ ਉਹਦੇ ਕੱਟੇ ਜਾਂਦੇ ਸਨ। ਮੌਤ ਤੋਂ ਵੱਧ ਸਜ਼ਾ ਮੰਨੀ ਜਾਂਦੀ ਸੀ ਕਿ ਨਾ ਇਹਨੂੰ ਕੋਈ ਸੰਸਾਰ ਤੇ ਜਿਉਂਦਾ ਸਮਝੇ, ਨਾ ਲਾਗੇ ਲਾਵੇ ਤੇ ਨਾ ਇਹਦੀ ਮੌਤ ਹੋਵੇ, ਇਸੇ ਤਰ੍ਹਾਂ ਧੱਕੇ ਖਾਂਦਾ ਰਹੇ। ਪਰ ਉਹਨਾਂ ਲੋਕਾਂ ਨੇ ਆਪਣੇ ਨਾਲ ਹੋਰ ਦੁਨੀਆ ਰਲਾ ਕੇ ਇਹ ਰਿਵਾਜ ਬਣਾ ਲਿਆ ਕੇਸ ਕੱਟਣ ਦਾ, ਜਿਨ੍ਹਾਂ ਨੇ ਅੱਜ ਕਈਆਂ ਨੇ ਸਿਰ ਇਹੋ ਜਿਹੇ ਬਣਾਏ ਹਨ ਜਿਵੇਂ ਬੁਰਸ਼ ਬਣਾਇਆ ਹੁੰਦਾ ਛੱਤ ਸਾਫ਼ ਕਰਨ ਵਾਲਾ। ਪਰ ਕੇਸਾਂ ਦੀ ਜਿਹੜੀ ਮਹਾਨਤਾ, ਸਰੀਰ ਦੇ ਵਾਸਤੇ ਵੀ ਇਹਦੇ ਬੜੇ ਗੁਣ ਹਨ ਕੇਸਾਂ ਦੇ, ਤੇ ਪਰਮੇਸ਼ਰ ਦੀ ਆਗਿਆ, ਗੁਰੂ ਕੀ ਆਗਿਆ ਅਨੁਸਾਰ ਵੀ ਜ਼ਰੂਰੀ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐਸੀ ਕੁਲ ਦੇ ਵਿੱਚ ਵੇਖੋ ਜੇ ਕਬੀਰ ਸਾਹਿਬ ਆਏ ਜਿਨ੍ਹਾਂ ਦੇ ਵੱਡੇ ਐਸੀਆਂ ਬਲੀਆਂ ਦਿੰਦੇ, ਜਾਨਵਰ ਮਾਰਦੇ ਸੀ। ਜਾ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ, ਤਿਹੂ ਰੇ ਲੋਕ ਪ੍ਰਸਿੱਧ ਕਬੀਰਾ। ਜਿਸ ਕਬੀਰ ਜੀ ਦੇ ਪਿਤਾ ਨੀਰੂ ਨੇ, ਉਹਦਾ ਨਾਂ ਨੀਰੂ ਮਸ਼ਹੂਰ ਹੈ, ਤੇ ਅਲੀ ਜਲਾਹਾ ਵੀ ਉਹਦਾ ਨਾਂ ਲਿਖਿਆ ਹੈ ਇਤਿਹਾਸ ਵਿੱਚ। ਤੇ ਬਹੁਤੇ ਲੋਕ ਇਹ ਮੰਨਦੇ ਹਨ ਕਿ ਕਬੀਰ ਜਿਹੜਾ ਵਿਧਵਾ ਦਾ ਪੁੱਤਰ ਸੀ, ਤੇ ਕੋਈ ਵਿਧਵਾ ਬ੍ਰਾਹਮਣੀ ਉਹ ਇੱਕ ਤਲਾਅ ਦੇ ਕੰਢੇ ਨੂੰ ਸੁੱਟ ਗਈ ਛੋਟੇ ਬੱਚੇ ਨੂੰ, ਤੇ ਇਹਨਾਂ ਨੇ ਪਾਲਿਆ। ਪਰ ਇਹ ਉਹਦੇ ਤੇ ਦੋਸ਼ ਲਾਇਆ ਗਿਆ ਹੈ ਦੋ ਧਰਮਾਂ ਵੱਲੋਂ, ਹਿੰਦੂਆਂ ਵੱਲੋਂ ਤੇ ਮੁਸਲਮਾਨਾਂ ਵੱਲੋਂ। ਉਹਨਾਂ ਨੇ ਜਦੋਂ ਪਹਿਲਾਂ ਕਿਸੇ ਨੇ ਕਿਹਾ ਤੂੰ ਸੁਣਤ ਕਰਾ, ਉਹ ਨਾ ਮੰਨੇ। ਉਹਨਾਂ ਕਿਹਾ ਇਹਦੇ ਨਾਲ ਖੁਦਾ ਜ਼ਿਆਦਾ ਖੁਸ਼ ਨਹੀਂ ਹੁੰਦਾ, ਜੇ ਇਹ ਸੁਣਤ ਜ਼ਰੂਰੀ ਹੁੰਦੀ ਤੇ ਪਰਮੇਸ਼ਰ ਪਹਿਲਾਂ ਕਰਾ ਕੇ ਘੱਲਦਾ। ਜਿਹਨੇ ਸਾਡੇ ਸਰੀਰ ਦੇ ਹੋਰ ਛੇਕ ਪਾਏ ਹਨ, ਕੰਨ, ਨੱਕ, ਮੂੰਹ ਆਦਿ ਬਣਾਇਆ ਹੈ, ਉਹ ਸੁਣਤ ਵੀ ਪਹਿਲਾਂ ਕਰ ਸਕਦਾ ਸੀ। ਤੇ ਜੇ ਬੰਦਾ ਜਿਹੜਾ ਹੈ ਸੁਣਤ ਕਰਾਇਆ ਮੁਸਲਮਾਨ ਹੁੰਦਾ ਹੈ, ਤੇ ਕਹਿੰਦੇ ਇਸਤਰੀ ਨੂੰ ਕਿਵੇਂ ਮੁਸਲਮਾਨੀ ਕਰੋਗੇ, ਉਹਦੀ ਸੁਣਤ ਹੋ ਨਹੀਂ ਸਕਦੀ। ਉਹਨਾਂ ਕਿਸੇ ਦਾ ਲਿਹਾਜ਼ ਨਹੀਂ ਰੱਖਿਆ, ਤੇ ਇਹ ਵੀ ਉਹਦੇ ਵਿਰੁੱਧ ਹੋ ਗਏ। ਹਿੰਦੂਆਂ ਨੇ ਕਿਹਾ ਤੂੰ ਜਨੇਊ ਪਾ, ਉਹਨਾਂ ਕਿਹਾ ਜਨੇਊ ਕਿਵੇਂ ਬਣਦਾ, ਕਹਿੰਦੇ ਮੰਤਰ ਪੜ੍ਹ ਕੇ ਸੂਤ ਦਾ। ਤੇ ਉਹ ਕਹਿੰਦਾ ਤੁਹਾਡੇ ਤੇ ਕੋਈ ਧਾਗੇ ਹੋਣਗੇ ਸੂਤ ਦੇ, ਤੇ ਮੇਰੇ ਘਰ ਤੇ ਬੜੇ ਸੂਤ ਦੇ ਧੰਦੇ ਲੱਗੇ ਹਨ, ਮੈਂ ਕੰਮ ਹੀ ਸੂਤ ਦਾ ਕਰਦਾ ਹਾਂ।
ਤੇ ਜਿਹੜਾ ਤੁਸੀਂ ਮੰਤਰ ਪੜ੍ਹਨਾ ਉਹ ਮੇਰੇ ਹਿਰਦੇ ਵਿੱਚ ਵੱਸਦਾ ਹੈ। ਇਸ ਕਾਰਨ ਇਹਨਾਂ ਸੋਚਿਆ ਕਿ ਦੋਵਾਂ ਕੌਮਾਂ ਦੇ ਇਹ ਵਿਰੋਧ ਹੋ ਗਿਆ, ਇਹਨੂੰ ਭੰਡਣ ਵਾਸਤੇ ਤੇ ਇਹ ਪ੍ਰਚਾਰ ਕੀਤਾ ਕਿ ਵਿਧਵਾ ਬ੍ਰਾਹਮਣੀ ਦਾ ਲੜਕਾ ਹੈ। ਪਰ ਇਹਦਾ ਇਤਿਹਾਸ ਵੇਖੀਏ ਪਤਾ ਲੱਗਦਾ ਹੈ ਕਬੀਰ ਜੀ ਦਾ ਜਦੋਂ ਇਹਨਾਂ ਦਾ ਜਨਮ ਹੋਇਆ ਉਦੋਂ ਕੀ ਕੁਝ ਹੋਇਆ। ਹੁਣ ਸਮਾਂ ਜ਼ਿਆਦਾ ਲੱਗਦਾ ਹੈ ਵਿਸਥਾਰ ਕਰੀਏ, ਪਰ ਇਹ ਹੈ ਹੀ ਇਹਨਾਂ ਦਾ ਲੜਕਾ ਸੀ। ਜਦੋਂ ਸੰਖੇਪ ਵਿੱਚ ਬੇਨਤੀ ਕੀਤੀ ਜਾਂਦੀ ਹੈ ਇਹਦਾ ਨਾਂ ਰੱਖਣਾ ਸੀ, ਤੇ ਜਦੋਂ ਕਾਜੀ ਨੂੰ ਸੱਦਿਆ ਕਿ ਕਿਤਾਬ ਖੋਲ ਕੇ ਵੇਖਦਾ ਨਾਂ ਰੱਖਣਾ ਹੈ, ਤੇ ਕਹਿੰਦੇ ਉਦੋਂ ਨਾਂ ਹੀ ਕਬੀਰ ਸ਼ਬਦ ਆਉਂਦਾ ਸੀ ਗਾੜੀ। ਕਬੀਰ ਦਾ ਅਰਥ ਸਭ ਤੋਂ ਵੱਡਾ। ਕਹਿੰਦੇ ਉਹਨਾਂ ਨੇ ਮੁਸਲਮਾਨਾਂ ਨੇ ਬੜਾ ਇਸ ਗੱਲ ਦਾ ਸ਼ੱਕ ਕੀਤਾ ਕਿ ਇੱਕ ਨੀਵੀਂ ਜਾਤ ਦਾ ਬੱਚਾ ਹੋਵੇ ਤੇ ਉਹਦਾ ਏਡਾ ਵੱਡਾ ਨਾਂ ਰੱਖ ਦੇਣਾ ਕੋਈ ਚੰਗੀ ਗੱਲ ਨਹੀਂ। ਇਹਦੇ ਵੱਡੇ ਲੋਕਾਂ ਦਾ ਨਾਂ ਵੱਡਾ ਹੁੰਦਾ ਹੈ। 3 ਵਾਰ ਨਾਂ ਬਦਲਿਆ ਤੇ ਉਹੀ ਨਾਂ ਆਵੇ। ਖੀਰ ਉਹ 5 ਕਾਜੀ ਇਕੱਠੇ ਹੋ ਗਏ ਤੇ ਕਹਿਣ ਲੱਗੇ ਹੁਣ ਕੀ ਕਰੀਏ। ਕਹਿੰਦੇ ਪਤਾ ਨਹੀਂ ਖੁਦਾ ਦੀ ਕੀ ਕਰੋਪੀ ਹੈ, ਕੋਈ ਯਤਨ ਨਹੀਂ ਹੁੰਦਾ। ਪਰ ਉਹਨੂੰ ਕਹਿਣ ਲੱਗੇ ਉਹਦੇ ਪਿਓ ਨੂੰ, ਨੀਰੂ ਨੂੰ, ਕਹਿੰਦੇ ਇਹ ਬੱਚਾ ਕਲਹਿਣਾ, ਇਹਨੂੰ ਮਰਵਾ ਦੇ। ਉਸ ਵੇਲੇ ਕਬੀਰ ਜੀ ਨੇ ਭਾਖਿਆ ਦਿੱਤੀ ਹੈ ਕਿ ਭਾਈ ਇਸੇ ਕਾਰਨ ਕਰਕੇ ਮੈਨੂੰ ਪਰਮੇਸ਼ਰ ਨੇ ਘੱਲਿਆ ਹੈ ਇੱਥੇ, ਤੁਸੀਂ ਮੈਨੂੰ ਮਾਰ ਨਹੀਂ ਸਕਦੇ। ਇਹ ਜਿਹੜੇ ਤੁਹਾਡੇ ਵਹਿਮ ਭਰਮਾਂ ਨੇ ਦੂਰ ਕਰਨ ਵਾਸਤੇ ਅਸੀਂ ਦੁਨੀਆ ਤੇ ਆਏ ਹਾਂ, ਹੋਰ ਸਾਡਾ ਆਉਣ ਦਾ ਕੋਈ ਕਾਰਨ ਨਹੀਂ। ਸੋ ਕਹਿਣ ਦਾ ਭਾਵ ਹੈ ਕਬੀਰ ਜੀ ਦੇ ਮਾਤਾ ਪਿਤਾ ਹੀ ਇਹ ਸਨ, ਪਰ ਉਹਨੂੰ ਬਦਨਾਮ ਕਰਨ ਵਾਸਤੇ ਸਭ ਕੁਝ ਕੀਤਾ ਗਿਆ। ਇੱਕ ਇਤਿਹਾਸ ਦੀ ਖੋਜ ਤੋਂ ਪਤਾ ਲੱਗਦਾ ਹੈ। ਸੋ ਇਸ ਕਰਕੇ ਕਹਿੰਦੇ ਉਹ ਜਿਹੜੇ ਕਬੀਰ ਜੀ ਦੇ ਪਿਤਾ ਨੀਰੂ ਹਨ, ਨੀਰੂ ਨੇ ਤਾਂ ਉਸ ਤਰ੍ਹਾਂ ਦੀ ਗੱਲ ਕੀਤੀ, ਭਾਵ ਜੋ ਉਹਨਾਂ ਦੀ ਪਿਛਲੀ ਰਸਮ ਸੀ, ਗਵਾਂ ਨੂੰ ਮਾਰਦੇ ਰਹੇ। ਪੁੱਤਰ ਕਬੀਰ ਪਾਸੋਂ ਐਸੀ ਗੱਲ ਹੋਈ ਕਿ ਤੂੰ ਗਵਾਂ ਤੋਂ ਵੱਧ ਕਰਨਾ ਹਟਾ ਦਿੱਤਾ। ਇਹ ਕਿਉਂ ਕੀਤਾ? ਕੁਝ ਹਿੰਦੂ ਹੀ ਜਿਹੜੇ ਸਨ ਮੁਸਲਮਾਨਾਂ ਤੋਂ ਡਰਦੇ ਮੁਸਲਮਾਨਾਂ ਵਾਲੀ ਰੀਤ ਕਰਨ ਲੱਗ ਪਏ। ਜਿਵੇਂ ਸਤਿਗੁਰਾਂ ਨੇ ਕਿਹਾ ਹੈ, ਅੰਤਰ ਪੂਜਾ ਪੜ੍ਹੇ ਕਤੇਬਾ ਸੰਜਮ ਤੁਰਕਾ ਭਾਈ। ਅੰਦਰੋਂ ਕੁਝ ਹੋਰ ਗ੍ਰੰਥ ਪੜ੍ਹਨ ਦੇ, ਬਾਹਰੋਂ ਮੁਸਲਮਾਨਾਂ ਤੋਂ ਡਰਦੇ ਆਉਣਾ, ਮੁਸਲਮਾਨਾਂ ਵਾਲੀਆਂ ਰਸਮਾਂ ਕਰਨੀਆਂ। ਇਹ ਉਸ ਵੇਲੇ ਡਰ ਦੇ ਕਾਰਨ ਹੁੰਦਾ ਸੀ। ਸੋ ਜਿਸ ਵੇਲੇ ਕਬੀਰ ਜੀ 18 ਵਰ੍ਹਿਆਂ ਦੇ ਹੋਏ ਤੇ ਪਿਤਾ ਨੀਰੂ ਅਤੇ ਚਾਚੇ ਨੇ ਸੁਣਤ ਕਰਨ ਦਾ ਉਦਮ ਕੀਤਾ, ਤੇ ਉਹ ਆਪ ਜੀ ਨੇ ਸੁਣ ਹੀ ਲਿਆ ਕਿ ਉਹਨਾਂ ਕਿਹਾ ਮੈਂ ਇਹ ਕਰਮ ਨਹੀਂ ਕਰਨਾ ਚਾਹੁੰਦਾ, ਜਿਹੜਾ ਝੂਠਾ ਕਰਮ ਕਾਂਡ ਹੈ ਮੈਂ ਇਹਦੇ ਵਿੱਚ ਨਹੀਂ ਫਸਣਾ, ਮੈਂ ਸੱਚ ਦਾ ਗਾਹਕ ਹਾਂ ਤੇ ਸੱਚ ਦਾ ਹੀ ਹੋਕਾ ਦੇਣਾ ਹੈ। ਦੂਜੀ ਵਾਰ ਇਹਨਾਂ ਦਾ ਜਦੋਂ ਵਿਆਹ ਹੋਣਾ ਸੀ, ਵਿਆਹ ਦੇ ਮੌਕੇ ਗਊ ਹਲਾਲ ਕਰਨ ਲੱਗੇ ਕਿ ਮੁਸਲਮਾਨ ਖੁਸ਼ ਹੋ ਜਾਣਗੇ, ਅਸੀਂ ਉਹਨਾਂ ਨੂੰ ਖਵਾਉਣੀ ਹੈ। ਇਹਨਾਂ ਨੇ ਉਹ ਵੀ ਰੋਕ ਦਿੱਤੀ ਤੇ ਸਾਰਿਆਂ ਨੂੰ ਆਖ ਦਿੱਤਾ, ਜੇ ਮੇਰੇ ਵਿਆਹ ਦੇ ਵਿੱਚ ਗਊ ਵੱਧ ਕਰੋਗੇ ਤਾਂ ਮੈਂ ਵਿਆਹ ਬਿਲਕੁਲ ਨਹੀਂ ਕਰਾਵਾਂਗਾ। ਉਧਰ ਧੀ ਵਾਲਿਆਂ ਨੂੰ ਵੀ ਆਖ ਦਿੱਤਾ ਕਿ ਜੇ ਤੁਸੀਂ ਵੀ ਗਊ ਵੱਧ ਕਰੋਗੇ ਤਾਂ ਤੁਹਾਡੀ ਧੀ ਛੱਡ ਦਿਆਂਗਾ। ਜੋ ਮੈਨੂੰ ਪ੍ਰਸੰਨ ਰੱਖਣਾ ਹੈ ਤੇ ਗਊ ਬ੍ਰਾਹਮਣਾਂ ਨੂੰ ਦਾਨ ਕਰ ਦਿਓ, ਪਰ ਗਊ ਹਲਾਲ ਨਾ ਕਰਿਓ। ਇਸ ਤਰ੍ਹਾਂ ਦੇ ਧਰਮਾਤਮਾ ਖਿਆਲ ਹੋਣ ਕਰਕੇ ਅਤੇ ਨਾਮ ਦੇ ਪ੍ਰਤਾਪ ਕਰਕੇ ਹੇ ਭਾਈ ਕਬੀਰ ਜੀ ਤਿੰਨਾਂ ਲੋਕਾਂ ਵਿੱਚ ਪ੍ਰਸਿੱਧ ਹੋ ਗਏ, ਜਿਨ੍ਹਾਂ ਦੀ ਸੋਚ ਬੜੀ ਉੱਚੀ ਸੀ ਤੇ ਉਹਨਾਂ ਦੀ ਭਗਤੀ ਬੜੀ ਵੱਡੀ ਹੈ। ਇਸ ਕਰਕੇ ਭਗਤ ਕਬੀਰ ਜੀ ਨੇ ਕਿਹਾ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਾ ਜਿਹ ਜਪਿਓ ਸਿਰਜਣਹਾਰ। ਕਹਿੰਦੇ ਵੇਖ ਮੇਰੀ ਜਿਹੜੀ ਜਾਤ ਹੈ ਇਹ ਇੱਕ ਐਸੀ ਜਲਾਇਆਂ ਦੇ ਵਿੱਚੋਂ ਜੁੱਲਾ ਜਾਤ ਹੈ, ਜਿਹੜੀ ਜਲਾਇਆਂ ਤੋਂ ਹੀ ਹੋਰ ਨੀਵੀਂ ਜਾਤ ਮੰਨੀ ਜਾਂਦੀ ਹੈ, ਛੋਟੀ ਜਾਤ ਮੰਨੀ ਜਾਂਦੀ ਹੈ। ਉਹਦੇ ਵਿੱਚ ਕਬੀਰ ਜੀ ਪ੍ਰਗਟ ਹੋਏ। ਪਰ ਕਹਿੰਦੇ ਮੈਂ ਇਸ ਜਾਤ ਤੋਂ ਬਲਿਹਾਰ ਜਾਣਾ, ਜਿਹਨੂੰ ਲੋਕੀ ਮਾੜੀ ਜਾਤ ਕਹਿੰਦੇ ਹਨ। ਇਸ ਜਾਤ ਵਿੱਚ ਆਇਆ ਤੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਮੈਨੂੰ ਸਮਾਂ ਪ੍ਰਾਪਤ ਹੋਇਆ। ਇਹ ਜਾਤ ਧਨ ਹੈ। ਜਿਹੜੇ ਲੋਕ ਜਲਾਇਆਂ ਨੂੰ ਮਖੌਲ ਕਰਦੇ ਸਨ, ਅੱਜ ਉਸੇ ਜਲਾਏ ਜਾਤੀ ਵਿੱਚ ਪ੍ਰਗਟ ਹੋਇਆ ਤੇ ਉਹ ਮੇਰਾ ਸਤਿਕਾਰ ਕਰ ਰਹੇ ਹਨ। ਇਹ ਨਾਮ ਦੀ ਬਰਕਤ ਹੈ। ਜਾਂ ਕੇ ਕੁਟੰਬ ਕੇ ਢੇਡ ਸਭ ਢੋਰ ਟਵੰਤ ਫਿਰੇ,
ਅਜੋ ਬੰਨਾਰ ਸੇ ਆਸ ਪਾਸਾ। ਕਹਿੰਦੇ ਜਿਸ ਰਵਿਦਾਸ ਦੀ ਕੋਲ ਦੇ ਚਮਿਆਰ ਮੋਏ ਹੋਏ ਪਸ਼ੂਆਂ ਨੂੰ ਅਜੇ ਤੱਕ ਕਾਂਸ਼ੀ ਦੇ ਆਲੇ ਦੁਆਲੇ ਢੋਂਦੇ ਫਿਰਦੇ ਹਨ, ਇਹੋ ਜਿਹਾ ਉਹਨਾਂ ਦਾ ਕਾਰੋਬਾਰ ਸੀ। ਆਚਾਰ ਸਹਿਤ ਵਿਪਰ ਕਰੇ ਡੰਡੌਤ, ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਆਚਾਰ ਸਹਿਤ ਵਿਪਰ ਕਰੇ ਡੰਡੌਤ, ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਇਸ ਸ਼ਬਦ ਦੀ ਸੰਪੂਰਨਤਾ ਤੇ ਭਗਤ ਜੀ ਕਿਰਪਾ ਕਰਦੇ ਹਨ। ਰਵਿਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਤਿੰਨਾਂ ਹੀ ਚਮਿਆਰਾਂ ਦਾ ਮੈਂ ਪੁੱਤਰ ਹਾਂ, ਜਿਹੜੇ ਐਸੇ ਕੰਮ ਕਰਦੇ ਸਨ ਪਸ਼ੂਆਂ ਦੇ ਢੋਣ ਦਾ, ਮਰੇ ਹੋਇਆਂ ਦਾ, ਤੇ ਚਮੜੇ ਦਾ ਕਾਰੋਬਾਰ ਸੀ। ਬੜਾ ਪਲੀਤ ਮੰਨਿਆ ਜਾਂਦਾ ਇਸ ਕੰਮ ਨੂੰ। ਮੈਂ ਉਹਨਾਂ ਦਾ ਬੱਚਾ ਹਾਂ ਤੇ ਵਾਹਿਗੁਰੂ ਦੇ ਦਾਸਾਂ ਦਾ ਦਾਸ ਹੋਣ ਕਰਕੇ ਹੁਣ ਸ੍ਰੇਸ਼ਟ ਕਰਤੱਵਾਂ ਦੇ ਸਹਿਤ ਹਾਂ। ਉੱਚੇ ਕਾਰੋ ਜਿਹੜੇ ਸਨ ਮੈਨੂੰ ਗੁਣ ਪ੍ਰਾਪਤ ਹੋ ਗਏ। ਉੱਚੇ ਗੁਣਾਂ ਕਰਕੇ ਜੋ ਬ੍ਰਾਹਮਣ ਹਨ, ਆਪਣੇ ਆਪ ਨੂੰ ਉੱਚੇ ਮੰਨਣ ਵਾਲੇ, ਉਹ ਮੇਰੇ ਅੱਗੇ ਆ ਕੇ ਨਮਸਕਾਰ ਕਰਦੇ ਹਨ। ਕਿਉਂ? ਇਹ ਭਗਤੀ ਦੀ ਸ਼ਕਤੀ ਹੈ। ਇਸ ਕਰਕੇ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ, ਅਰਦਾਸ ਜਿਹੜਾ ਬੇਨਤੀ ਕਰਦਾ ਪਰਮੇਸ਼ਰ ਅੱਗੇ, ਅਰ ਕਹਿੰਦੇ ਵੈਰੀ ਨੂੰ ਤੇ ਦਾਸ ਕਹਿੰਦੇ ਸੇਵਕ ਨੂੰ। ਪਰਮੇਸ਼ਰ ਕਿਰਪਾ ਕਰੇ ਤੇ ਉਹ ਵੈਰੀ ਵੀ ਮਿੱਤਰ ਬਣ ਜਾਂਦੇ ਹਨ। ਨਿੰਦਕ ਜਿਹੜੇ ਉਹ ਵੀ ਸਲੋਤ ਕਰਨ, ਸੋਭਾ ਕਰਨ ਲੱਗ ਪੈਂਦੇ ਹਨ ਜਦੋਂ ਪਰਮੇਸ਼ਰ ਵੱਲ ਹੋਏ। ਕਰਤਾ ਵੱਲ ਤਾਂ ਸਭ ਕੋ ਵੱਲ। ਇਸ ਕਰਕੇ ਜੇ ਮਾਲਕ ਵੱਲੇ ਹੈ ਤੇ ਸਭ ਕੁਝ ਹੈ। ਸਭ ਤੋਂ ਪਹਿਲਾਂ ਪਰਮੇਸ਼ਰ ਨਾਲ ਜੁੜਨਾ ਮਨੁੱਖ ਨੂੰ ਹੁਕਮ ਹੈ ਕਿ ਜਦੋਂ ਵੀ ਤੈਨੂੰ ਸੋਝੀ ਆ ਜਾਵੇ। ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਬਿਲਮ ਪਲ ਢਿੱਲ ਨਾ ਕੀਜੈ, ਜਦ ਸਾਧੂ ਚਰਨ ਲੱਗੀਜੈ। ਤੇ ਸਾਡੇ ਵਿੱਚ ਢਿੱਲ ਮੱਠ ਕਿਉਂ ਆਉਂਦੀ, ਕਮੀਆਂ ਕਿਉਂ ਆਉਂਦੀਆਂ ਹਨ? ਸੰਤ ਮਸਕੀਰ ਸਿੰਘ ਜੀ ਕਹਿੰਦੇ ਹਨ ਕਿ ਭਾਈ ਜਦੋਂ ਪੂਰਿਆਂ ਦੀ ਸੰਗਤ ਹੋਵੇ ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ। ਅਧੂਰਿਆਂ ਦੀ ਸੰਗਤ ਦੇ ਵਿੱਚੋਂ ਇਹ ਹੁੰਦਾ ਕੁਝ ਗੁਣ ਲੱਭ ਗਏ, ਗੁਣ ਨਾ ਲੱਭੇ, ਉਹ ਲੈ ਕੇ ਤੁਰ ਪਏ ਕਿ ਮੈਂ ਸੰਤ ਬਣ ਗਿਆ, ਮੈਂ ਸਿੱਖ ਬਣ ਗਿਆ। ਬਾਕੀ ਯੋਗਤਾਵਾਂ ਦਾ ਪਤਾ ਨਹੀਂ। ਅੱਗੇ ਚੱਲ ਕੇ ਸਫ਼ਰ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਕੋਈ ਮਸਲੇ ਐਸੇ ਬਣਦੇ, ਉੱਥੋਂ ਇਨਸਾਨ ਫੇਲ ਹੋ ਜਾਂਦਾ ਹੈ। ਜਿਨ੍ਹਾਂ ਨੇ ਪੂਰਿਆਂ ਦੀ ਸੰਗਤ ਕੀਤੀ ਹੈ, ਪਹਿਲਾਂ ਪੂਰੀ ਸਿੱਖਿਆ ਪ੍ਰਾਪਤ ਕੀਤੀ, ਪੂਰੇ ਗੁਰੂ ਨਾਲ ਜੁੜੇ ਤੇ ਪੂਰੀ ਮਰਜ਼ਾਦਾ ਦਾ ਪਤਾ ਲੱਗਾ, ਉਹਨਾਂ ਨੂੰ ਪੂਰੀ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ। ਤੇ ਜਿਹੜੇ ਅਧੂਰਿਆਂ ਦੀ ਸੰਗਤ ਵਾਲਿਆਂ ਨੂੰ ਤੁਰ ਪੈਂਦੇ ਇਸ ਰਸਤੇ ਪਰ, ਅੱਗੇ ਜਾ ਕੇ ਕੋਈ ਰਸਤੇ ਦੇ ਵਿੱਚ ਹੀ ਰੁਕ ਜਾਂਦੇ, ਕੋਈ ਰਸਤੇ ਤੋਂ ਖੁੰਝ ਜਾਂਦੇ, ਕੋਈ ਕਿਰਾਏ ਪੈ ਜਾਂਦੇ ਹਨ, ਉਹਨਾਂ ਨੂੰ ਉਹ ਟਿਕਾਣਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਨੇ ਜਿਵੇਂ ਕਿਹਾ ਹੈ, ਭਾਈ ਇਹ ਨਾਮ ਦੀ ਬਰਕਤ ਹੈ ਸਭ ਕੁਝ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਜਿਨ੍ਹਾਂ ਦਾ ਕਿਤੇ ਵੀ ਕਿਹਾ ਜਾਂਦਾ ਕੋਈ ਇਹਦਾ ਆਧਾਰ ਨਹੀਂ ਹੋਣਾ, ਭਲਾ ਨਹੀਂ ਹੋਣਾ, ਕਹਿੰਦੇ ਉਹ ਨਾਮ ਜਪਣ ਲੱਗ ਪਏ ਤੇ ਉਹਦੇ ਤੇ ਵੀ ਰਹਿਮਤ ਹੋ ਜਾਂਦੀ ਹੈ। ਇਹ ਸਿਮਰਨ ਦੀ ਬਰਕਤ ਹੈ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਦੁਨੀਆ ਤੇ ਕੁਝ ਉੱਚੇ ਬੰਦੇ ਮੰਨੇ ਗਏ ਹਨ। ਪੰਡਤ ਕਹਿੰਦੇ ਵਿਦਵਾਨ ਲੋਕ ਜਿਨ੍ਹਾਂ ਨੂੰ ਬਹੁਤ ਗਿਆਨ ਹੈ ਤੇ ਰਜੋ ਸਤੋ ਤਮੋ ਤਿੰਨਾਂ ਗੁਣਾਂ ਤੋਂ ਅੱਗੇ ਲੰਘ ਗਏ ਹਨ। ਤੇ ਸੂਰ ਕਹਿੰਦੇ ਸੂਰਮਾ, ਤੇ ਛਤਰਪਦ ਕਹਿੰਦੇ ਜਿਹੜਾ ਰਾਜਾ ਹੈ ਵੱਡਾ, ਜਿਹਦੇ ਤੇ ਛਤਰ ਝੁਲਦਾ ਹੈ। ਭਾਵੇਂ ਕੋਈ ਵੱਡਾ ਵਿਦਵਾਨ ਹੋਵੇ, ਸੂਰਮਾ ਹੋਵੇ, ਛਤਰਪਤੀ ਚੱਕਰਵਰਤੀ ਰਾਜਾ ਵੀ ਹੋਵੇ, ਪਰ ਭਗਤ ਤੋਂ ਉਹ ਨੀਵਾਂ ਹੈ। ਭਗਤ ਦਾ ਦਰਜਾ ਇਹਨਾਂ ਸਾਰਿਆਂ ਤੋਂ ਅੱਗੇ ਹੈ। ਹੁਣ ਵੇਖੋ ਮਹਾਰਾਜ ਨੇ ਕਿੰਨਾ ਸਤਿਕਾਰ ਕੀਤਾ। ਜਿੱਥੇ ਵੀ ਭਗਤਾਂ ਦੀ ਬਾਣੀ ਆਈ ਹੈ ਜੀ ਕਰਕੇ ਲਿਖਿਆ ਹੈ, ਕਿਤੇ ਜੀਓ ਵੀ ਕਿਹਾ ਹੈ, ਭਗਤ ਕਬੀਰ ਜੀਓ, ਰਵਿਦਾਸ ਜੀਓ, ਨਾਮਦੇਵ ਜੀਓ। ਇਹ ਤੋਂ ਪਤਾ ਲੱਗਦਾ ਕਿੰਨਾ ਮਾਣ ਸਤਿਕਾਰ ਭਗਤੀ ਵਾਲਿਆਂ ਦਾ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਬਰ ਸਤਿਕਾਰ ਦਵਾਇਆ। ਜਿੱਥੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਜਾਂਦੀ ਹੈ, ਨਾਲ ਭਗਤਾਂ ਨੂੰ ਵੀ ਹੁੰਦੀ ਹੈ। ਆਮ ਕਰਕੇ ਅਸੀਂ ਕਹਿੰਦੇ ਹਾਂ ਸਿੱਖ ਮਤ ਅਨੁਸਾਰ ਕਿ 10 ਗੁਰੂਆਂ ਦੀ ਜਾਗਦੀ ਜੋਤ ਹੈ, ਪਰ ਗੁਰੂ ਕੀ ਸਾਧ ਸੰਗਤ ਦੇ ਵਿੱਚ ਅਨੇਕਾਂ ਹੀ ਰੱਬ ਦੇ ਪਿਆਰੇ ਹਨ, ਅਨੇਕਾਂ ਹੀ ਮਹਾਂਪੁਰਖ ਜਿਹੜੇ ਹਨ ਉਹਨਾਂ ਦੀ ਬਾਣੀ ਹੈ। ਕਿਉਂਕਿ ਜਿਨ੍ਹਾਂ ਨੇ ਬਾਣੀ ਲਿਖੀ ਉਹ ਮਹਾਂਪੁਰਖ ਮੰਨੇ ਜਾਂਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ
ਨਿਜ ਘਰ ਵਾਸਾ ਹੋਏ। ਤੇ ਮਹਾਂਪੁਰਖਾਂ ਨੂੰ ਆਪ ਜਾਣਦੇ ਹੋ, ਜਿਨ੍ਹਾਂ ਦੇ ਸਥਾਨ ਤੇ ਬੈਠੇ ਹੋ। ਆਮ ਕਰਕੇ ਆਪਾਂ ਸ਼ਹੀਦ ਕਰਕੇ ਜ਼ਿਆਦਾ ਬੋਲਦੇ ਹਾਂ, ਪਰ ਇਹ ਬੜੀ ਵਾਰ ਬੇਨਤੀ ਵੀ ਕੀਤੀ ਗਈ ਹੈ, ਸ਼ਹੀਦ ਦਾ ਦਰਜਾ ਬੜਾ ਉੱਚਾ ਹੈ। ਪਰ ਜਦੋਂ ਮਹਾਂਪੁਰਖ ਕਰਕੇ ਇਹਨਾਂ ਨੂੰ ਯਾਦ ਕਰਾਂਗੇ ਤੇ ਨਿਮਰਤਾ ਵਾਲੀ ਸਾਡੇ ਤੇ ਕਿਰਪਾ ਹੁੰਦੀ ਹੈ। ਜਦੋਂ ਕੋਈ ਹੋਰ ਸਮੱਸਿਆ ਬਣ ਜਾਂਦੀ ਹੈ, ਫਿਰ ਸ਼ਹੀਦਾਂ ਕਰਕੇ ਇਹਨਾਂ ਨੂੰ ਯਾਦ ਕੀਤਾ ਜਾਂਦਾ, ਫਿਰ ਵੀਰ ਰਸ ਦੇ ਵਿੱਚ ਆਪਣਾ ਉਹ ਜਿਹੜਾ ਪਹਿਰਾ ਕਰ ਦਿੰਦੇ ਹਨ। ਇਸ ਕਰਕੇ ਮਹਾਂਪੁਰਖਾਂ ਦੇ ਨਾਲ ਇਹਨਾਂ ਨੂੰ ਯਾਦ ਕਰਨਾ, ਨਾਮ ਦੇ ਨਾਲ ਕਿਰਪਾ, ਰਹਿਮਤ, ਸ਼ਾਂਤੀ ਮਿਲਦੀ ਹੈ। ਉਹਨਾਂ ਕੋਲ ਸਾਰੇ ਗੁਣ ਹਨ। ਜਿਸ ਦੀ ਭਾਵਨਾ ਦੇ ਨਾਲ ਯਾਦ ਕਰਾਂਗੇ ਉਹੋ ਜਿਹਾ ਵਰਤਾਵਾ ਵਰਤ ਜਾਂਦਾ ਹੈ। ਤੇ ਸਤਿਗੁਰਾਂ ਨੇ 161 ਅੰਗ ਦੇ ਤੇ ਮਹਾਂਪੁਰਖ ਦੀ ਨਿਸ਼ਾਨੀ ਦੱਸੀ ਹੈ, ਕੌਣ ਹੈ। ਇੱਥੋਂ ਤੱਕ ਅੰਦਾਜ਼ਾ ਵੀ ਹੈ, ਹੋ ਸਕਦਾ ਇਹ ਗੁਰੂ ਅਮਰਦਾਸ ਜੀ ਨੇ ਇਹਨਾਂ ਦੇ ਬਾਰੇ ਸ਼ਬਦ ਉਚਾਰਨ ਕੀਤਾ ਹੈ। ਮਹਾਰਾਜ ਕਿਰਪਾ ਰੱਖੇ। ਸੋ ਗੁਰੂ ਕੀ ਸਾਧ ਸੰਗਤ, ਫਿਰ ਸਤਿਗੁਰੂ ਜੀ ਕਹਿੰਦੇ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਰੱਬ ਦਾ ਬੰਦਾ ਹੈ, ਪਰਮੇਸ਼ਰ ਦਾ ਪਿਆਰਾ ਹੈ, ਉਹਦੇ ਬਰਾਬਰ ਨਾ ਕੋਈ ਵਿਦਵਾਨ, ਨਾ ਕੋਈ ਸੂਰਮਾ, ਨਾ ਕੋਈ ਚੱਕਰਵਰਤੀ ਰਾਜਾ ਹੋ ਸਕਦਾ ਹੈ। ਉਹਦਾ ਜਿਹੜਾ ਦਰਜਾ ਸਭ ਤੋਂ ਉੱਪਰ ਚਲਿਆ ਜਾਂਦਾ ਹੈ। ਸੋ ਅੱਜ ਦੀ ਵਿਚਾਰ ਇੱਥੇ ਵਿਸਰਾਮਤਾ ਵਿੱਚ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਸ਼ਬਦ ਦੀ ਸੰਪੂਰਨਤਾ ਹੈ। ਗੁਰੂ ਕੀ ਸਾਧ ਸੰਗਤ ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਿਆਂ ਮੂਰਖ ਪਾਪੀ ਅਣਜਾਣ ਜੀਵ ਕੋਲੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਅੱਗੇ ਤੇ ਮੇਰੇ ਮਨ ਵਿੱਚ ਵਿਚਾਰ ਵੀ ਆਈ ਕੁਝ ਕਿ ਜਦੋਂ ਕੋਈ ਦਿਨ ਦਿਹਾੜ ਹੁੰਦਾ ਹੈ ਤੇ ਆਮ ਕਰਕੇ ਆਪਾਂ ਜਿਹੜੀਆਂ ਪੁਰਾਣੀਆਂ ਟੁੱਟੀਆਂ ਭੱਜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਲੁਕਾ ਲੈਨੇ ਪਾਸੇ, ਕਿ ਪਾਸੇ ਕਰ ਦਈਏ। ਸਾਡੇ ਕੁਝ ਸੱਜਣ ਮਿੱਤਰ, ਰਿਸ਼ਤੇਦਾਰ, ਪ੍ਰਾਹੁਣੇ ਆਉਣੇ ਹਨ, ਚੰਗੇ ਜਿਹੜੇ ਹਨ, ਕੋਈ ਪਦਾਰਥ, ਕੋਈ ਵਸਤਾਂ ਗਾੜੀ ਘਰ ਵਿੱਚ ਰੱਖੀ ਦੀਆਂ ਹਨ, ਤੇ ਪੁਰਾਣੀਆਂ ਜਿਹੜੀਆਂ ਹਨ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ, ਕੋਈ ਟੁੱਟੀਆਂ ਭੱਜੀਆਂ ਜਿਹੜੀਆਂ। ਪਰ ਸਮਾਂ ਆਉਣ ਤੇ ਕਿਤੇ ਫਿਰ ਵੀ ਲੋੜ ਪੈ ਜਾਂਦੀ ਹੈ। ਤੋ ਮਹਾਰਾਜ ਕਿਰਪਾ ਕਰੇ ਆਪ ਜੀ ਦੇ ਦਰਸ਼ਨ ਕਰਨ ਦਾ, ਗੁਰੂ ਕੀ ਹਾਜ਼ਰੀ ਭਰਨ ਦਾ ਸਤਿਗੁਰਾਂ ਸਮਾਂ ਬਖਸ਼ਿਆ ਹੈ। ਧੰਨਵਾਦ ਜਿਨ੍ਹਾਂ ਦਰਸ਼ਨ ਕਰਵਾਏ। ਮਹਾਰਾਜ ਕਿਰਪਾ ਕਰੇ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰੇ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ, ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।